हाँ जी, क्लास 9th। सत श्री अकाल बच्चों। अज आप पढ़ रहे हाँ व्याकरण का भाग चिट्ठी पत्तर। हाँ जी, सब तो पहला ये देखांगे कि चिट्ठी पत्तर किस नूं आखदे हैं। चिट्ठी पत्तर की हुंदा है। चिट्ठी पत्तर एक अजिहा साधन है जिस राही असी दूर बैठे अपने किसी मित्र अते रिश्तेदार तक अपने मन के भाव अते विचार पहुँचा सकते हाँ। ਜਦੋਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਕ ਸੰਬੰਧੀ ਨੂੰ ਪੱਤਰ ਜਾਂ ਚਿੱਠੀ ਲਿਖਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਪੱਤਰ ਜਾਂ ਚਿੱਠੀ ਕਿਹਾ ਜਾਂਦਾ ਹੈ। ਅੱਗੇ ਜੀ ਚਿੱਠੀਆਂ ਦੇ ਭਾਗ ਕਿਹੜੇ ਕਿਹੜੇ ਹਨ? ਚਿੱਠੀਆਂ ਨੂੰ ਹੇਠ ਲਿਖੇ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਹੈ ਜੀ ਘਰੋਗੀ ਚਿੱਠੀਆਂ। ਘਰੋਗੀ ਚਿੱਠੀਆਂ ਕਿਹੜੀਆਂ ਹੁੰਦੀਆਂ? ਜਿਹੜੀਆਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਮਾਤਾ ਪਿਤਾ, ਭੈਣ ਭਰਾ, ਮਿੱਤਰ ਜਾਂ ਸਹੇਲੀ ਨੂੰ ਲਿਖਦੇ ਹਾਂ ਉਸ ਨੂੰ ਘਰੋਗੀ ਚਿੱਠੀ ਕਿਹਾ ਜਾਂਦਾ ਹੈ। ਨੈਕਸਟ ਹੈ ਸਰਕਾਰੀ ਚਿੱਠੀਆਂ। ਵਿਨੈ ਪੱਤਰ ਅਤੇ ਸਰਕਾਰੀ ਕੰਮ ਕਾਜ ਲਈ ਜੋ ਪੱਤਰ ਲਿਖੇ ਜਾਂਦੇ ਹਨ ਉਹਨਾਂ ਨੂੰ ਸਰਕਾਰੀ ਚਿੱਠੀਆਂ ਕਿਹਾ ਜਾਂਦਾ ਹੈ। ਜਿਹੜੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਭੇਜੀਆਂ ਜਾਂਦੀਆਂ ਹਨ ਉਹ ਹੁੰਦੀਆਂ ਸਰਕਾਰੀ ਚਿੱਠੀਆਂ, ਜਾਂ ਸਕੂਲਾਂ, ਕਾਲਜਾਂ, ਦਫ਼ਤਰਾਂ ਦੇ ਵਿੱਚ ਜੋ ਚਿੱਠੀਆਂ ਭੇਜੀਆਂ ਜਾਂਦੀਆਂ ਹਨ। ਅੱਗੇ ਜੀ ਵਪਾਰਕ ਚਿੱਠੀਆਂ। ਵਪਾਰਕ ਸੰਬੰਧੀ ਪੱਤਰ ਜਿਵੇਂ ਕਿਤਾਬਾਂ ਮੰਗਵਾਉਣ ਲਈ ਜਾਂ ਕੋਈ ਹੋਰ ਵਪਾਰ ਕਰਨ ਲਈ, ਮੰਨ ਲਓ ਅਸੀਂ ਮੁਰਗੀਖਾਨਾ ਖੋਲ੍ਹਣਾ ਹੈ ਜਾਂ ਕੋਈ ਹੋਰ ਅਸੀਂ ਮੱਛੀ ਪਲਾਂਟ ਹੈ ਜਿਹੜਾ ਉਹ ਖੋਲ੍ਹਣਾ ਹੈ ਤਾਂ ਉਹ ਕੀ ਆ ਜਾਂਦਾ? ਵਪਾਰਕ ਚਿੱਠੀ ਵਿੱਚ ਆ ਜਾਂਦਾ ਹੈ, ਜਿਸ ਵਿੱਚ ਅਸੀਂ ਕੀ ਕਰਦੇ? ਸਰਕਾਰ ਕੋਲੋਂ ਕੁਝ ਸਹਾਇਤਾ ਮੰਗਦੇ ਹਾਂ ਕਿ ਸਾਡੀ ਕਿੰਨੀ ਵਿੱਤੀ ਸਹਾਇਤਾ ਕੀਤੀ ਜਾਵੇਗੀ, ਅਸੀਂ ਆਹ ਵਪਾਰ, ਆਹ ਕੰਮ, ਆਹ ਧੰਦਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਅੱਗੇ ਆ ਜੀ ਚਿੱਠੀ ਦੇ ਭਾਗ ਕਿਹੜੇ ਕਿਹੜੇ ਹੁੰਦੇ, ਕਿਹੜੇ ਕਿਹੜੇ ਅੰਗ ਹੁੰਦੇ, ਚਿੱਠੀ ਨੂੰ ਅਸੀਂ ਕਿਵੇਂ ਲਿਖਣਾ ਹੈ। ਹਰ ਚਿੱਠੀ ਅਲੱਗ ਤਰ੍ਹਾਂ ਲਿਖੀ ਜਾਊਗੀ। ਜੇ ਅਸੀਂ ਘਰੋਗੀ ਚਿੱਠੀ ਲਿਖਣੀ ਆ ਉਸ ਦਾ ਪੈਟਰਨ ਅਲੱਗ ਹੋਵੇਗਾ। ਜੇ ਅਸੀਂ ਲਿਖਣੀ ਹੈ ਸਰਕਾਰੀ ਚਿੱਠੀ ਤਾਂ ਉਸ ਦਾ ਪੈਟਰਨ ਅਲੱਗ ਹੋਵੇਗਾ। ਜੇ ਅਸੀਂ ਵਪਾਰਕ ਚਿੱਠੀ ਲਿਖਣੀ ਹੈ ਤਾਂ ਉਸ ਦਾ ਜਿਹੜਾ ਪੈਟਰਨ ਹੈ ਉਹ ਅਲੱਗ ਤਰ੍ਹਾਂ ਲਿਖਿਆ ਜਾਵੇਗਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤਿੰਨੇ ਪ੍ਰਕਾਰ ਦੇ ਜਿਹੜੇ ਚਿੱਠੀ ਹੈ, ਪੱਤਰ ਹੈ, ਇਸ ਨੂੰ ਕਿਸ ਤਰ੍ਹਾਂ ਲਿਖਣਾ ਹੈ। ਸਭ ਤੋਂ ਪਹਿਲਾਂ ਕੀ ਆ ਜਾਂਦਾ ਜੀ? ਆਰੰਭ। ਇਸ ਭਾਗ ਵਿੱਚ ਚਿੱਠੀ ਦੇ ਸਿਰੇ ਤੇ ਸੱਜੇ ਹੱਥ ਲੇਖਕ ਨੂੰ ਆਪਣਾ ਪਤਾ ਤੇ ਤਾਰੀਖ ਲਿਖਣੀ ਚਾਹੀਦੀ ਹੈ। ਕੀ ਕਰਾਂਗੇ? ਸੱਜੇ ਹੱਥ ਅਸੀਂ ਕੀ ਲਿਖਾਂਗੇ? ਆਪਣਾ ਪਤਾ ਤੇ ਤਾਰੀਖ, ਕਿ ਅਸੀਂ ਕਿੱਥੋਂ ਆ। ਠੀਕ ਹੈ, ਮੰਨ ਲਓ ਅਸੀਂ ਹੈ ਨਿਊ ਦਿੱਲੀ ਤੋਂ ਹਾਂ। ਠੀਕ ਹੈ, ਅੱਜ ਕਿੰਨੀ ਤਾਰੀਖ ਹੈ ਉਹ ਲਿਖਣੀ ਜ਼ਰੂਰੀ ਹੈ। ਹਾਂਜੀ, ਨੈਕਸਟ ਹੈ ਵਿਨੈ ਪੱਤਰ ਦਾ ਆਰੰਭ ਇਸ ਤੋਂ ਵੱਖਰੇ ਢੰਗ ਨਾਲ ਹੁੰਦਾ ਹੈ। ਇਹਨਾਂ ਵਿੱਚ ਸਭ ਤੋਂ ਉੱਪਰ ਖੱਬੇ ਪਾਸੇ ਸੇਵਾ ਵਿਖੇ ਲਿਖਿਆ ਜਾਂਦਾ ਹੈ। ਜਿਹੜੀਆਂ ਵਿਨੈ ਪੱਤਰ ਹੁੰਦੇ ਆ ਉਸ ਦਾ ਜਿਹੜਾ ਪੈਟਰਨ ਹੈ, ਢੰਗ ਹੈ, ਉਹ ਅਲੱਗ ਹੁੰਦਾ ਹੈ। ਇਹਨਾਂ ਵਿੱਚ ਸਭ ਤੋਂ ਉੱਪਰ ਖੱਬੇ ਪਾਸੇ ਕੀ ਲਿਖਿਆ ਜਾਂਦਾ ਹੈ? ਸੇਵਾ ਵਿਖੇ ਲਿਖਿਆ ਜਾਂਦਾ ਹੈ। ਹਾਂਜੀ, ਸੰਬੋਧਨੀ ਸ਼ਬਦ। ਜਿਸ ਨੂੰ ਚਿੱਠੀ ਲਿਖਣੀ ਹੋਵੇ ਉਸ ਨੂੰ ਦਰਜੇ ਅਨੁਸਾਰ ਸੰਬੋਧਨੀ ਸ਼ਬਦ ਵਰਤੇ ਜਾਂਦੇ ਹਨ। ਮੰਨ ਲਓ ਅਸੀਂ ਕੀ ਕਰਾਂਗੇ? ਚਿੱਠੀ ਲਿਖ ਰਹੇ ਹਾਂ ਕਿਸੇ ਰਿਸ਼ਤੇਦਾਰ ਨੂੰ, ਆਪਣੇ ਵੱਡੇ ਭੈਣ ਭਰਾ ਨੂੰ, ਤਾਂ ਕੀ ਕਰਾਂਗੇ? ਸਭ ਤੋਂ ਪਹਿਲਾਂ ਕੀ ਲਿਖਾਂਗੇ? ਇੱਕ ਸਾਈਡ 'ਤੇ ਆਪਣਾ ਪਤਾ। ਚਿੱਠੀ ਵਿੱਚ ਆਪਣਾ ਪਤਾ ਲਿਖਣਾ ਜ਼ਰੂਰੀ ਹੈ ਕਿ ਅਸੀਂ ਕਿੱਥੋਂ ਆ। ਅਸੀਂ ਤਾਰੀਖ ਲਿਖਣੀ ਜ਼ਰੂਰੀ ਹੈ ਕਿ ਇਸ ਤਾਰੀਖ ਨੂੰ ਜਿਹੜੀ ਚਿੱਠੀ ਜਾਂ ਪੱਤਰ ਲਿਖਿਆ ਗਿਆ ਹੈ। ਉਸ ਤੋਂ ਬਾਅਦ ਕੀ ਹੈ? ਮੰਨ ਲਓ ਅਸੀਂ ਆਪਣੇ ਵੱਡੇ ਵੀਰ ਨੂੰ ਕੋਈ ਚਿੱਠੀ ਜਾਂ ਪੱਤਰ ਲਿਖਣਾ ਹੈ ਤਾਂ ਕਿਵੇਂ ਲਿਖਾਂਗੇ? ਜਿਵੇਂ ਪਿਆਰੇ ਵੀਰ ਜੀ, ਸਤਿਕਾਰਯੋਗ ਮਾਤਾ ਜੀ। ਜੇ ਆਪਾਂ ਮਾਤਾ ਨੂੰ ਲਿਖਣੀ ਹੈ ਤਾਂ ਕੀ ਲਿਖਾਂਗੇ? ਆਪਣੇ ਵੱਡੇ, ਜੇਕਰ ਆਪਾਂ ਆਪਣੇ ਵੱਡਿਆਂ ਨੂੰ ਲਿਖਣੀ ਹੈ ਤਾਂ ਆਪਾਂ ਕੀ ਲਿਖਾਂਗੇ? ਸਤਿਕਾਰਯੋਗ ਮਾਤਾ ਜੀ, ਪਿਤਾ ਜੀ, ਮਾਮਾ ਜੀ, ਮਾਮੀ ਜੀ, ਭੂਆ ਜੀ। ਠੀਕ ਹੈ, ਜੇ ਆਪਾਂ ਆਪਣੇ ਬਰਾਬਰ ਦੇ ਭੈਣ ਭਰਾ ਨੂੰ ਲਿਖਣੀ ਹੈ ਤਾਂ ਕੀ ਲਿਖਾਂਗੇ? ਪਿਆਰੇ ਵੀਰ ਜੀ, ਪਿਆਰੀ ਭੈਣ ਜੀ। ਅੱਗੇ ਲਿਖਾਂਗੇ ਸਤਿ ਸ਼੍ਰੀ ਅਕਾਲ। ਆ ਲਿਖਣ ਤੋਂ ਬਾਅਦ ਜਾਂ ਕੀ ਲਿਖਾਂਗੇ? ਸਤਿ ਸ਼੍ਰੀ ਅਕਾਲ। ਉਸ ਤੋਂ ਬਾਅਦ ਕੀ ਹੈ? ਵਿਨੈ ਪੱਤਰ ਵਿੱਚ ਸੱਜੇ ਹੱਥ ਨੂੰ ਵਿਨੈ ਪੱਤਰ ਲਿਖਣਾ ਹੋਵੇ ਉਸ ਨੂੰ ਸੰਬੋਧਨੀ ਕਿਹਾ ਜਾਂਦਾ ਹੈ। ਮੰਨ ਲਓ ਆਪਾਂ ਕਿਸੇ ਸਕੂਲ ਵਿੱਚ ਜਾਂ ਕੋਈ ਦਫ਼ਤਰੀ ਹੈ ਜਿਹੜਾ ਪੱਤਰ ਲਿਖਣਾ ਉਹਦੇ ਵਿੱਚ ਕੀ ਲਿਖਿਆ ਜਾਂਦਾ ਹੈ? ਮੰਨ ਲਓ ਕਿਸੇ ਸਕੂਲ ਦੇ ਵਿੱਚ ਆਪਾਂ ਸੈਕਸ਼ਨ ਚੇਂਜ ਕਰਾਉਣਾ ਹੈ। ਠੀਕ ਹੈ, ਤਾਂ ਕੀ ਕਰਾਂਗੇ? ਪ੍ਰਿੰਸੀਪਲ ਸਾਹਿਬ, ਸਕੂਲ ਦਾ ਨਾਮ ਕੀ ਹੈ, ਉਸ ਤੋਂ ਬਾਅਦ ਕਿਹੜੇ ਸ਼ਹਿਰ ਵਿੱਚ ਇਹ ਸਕੂਲ ਸਥਿਤ ਹੈ ਉਹ ਲਿਖਾਂਗੇ। ਵਿਸ਼ਾ। ਚਿੱਠੀ ਦਾ ਇਹ ਮੁੱਖ ਭਾਗ ਵਿੱਚ ਜੋ ਵਿਚਾਰ ਪ੍ਰਗਟਾਉਣੇ ਜਾਂ ਲਿਖਣੇ ਹੋਣ ਸਪਸ਼ਟ ਢੰਗ ਨਾਲ ਪੈਰਾ ਬਣਾ ਕੇ ਲਿਖਣਾ ਚਾਹੀਦਾ ਹੈ। ਇਸ ਤੋਂ ਬਾਅਦ ਕੀ ਲਿਖਾਂਗੇ? ਵਿਸ਼ਾ ਲਿਖਣਾ ਜ਼ਰੂਰੀ ਹੈ ਕਿ ਇਸ ਟੌਪਿਕ 'ਤੇ ਅਸੀਂ ਜਿਹੜਾ ਚਿੱਠੀ ਪੱਤਰ ਲਿਖ ਰਹੇ ਹਾਂ। ਮੰਨ ਲਓ ਅਸੀਂ ਸੈਕਸ਼ਨ ਚੇਂਜ ਕਰਾਉਣ ਬਾਰੇ ਹੀ ਲਿਖ ਰਹੇ ਹਾਂ ਤਾਂ ਕੀ ਕਰਾਂਗੇ? ਆਪਾਂ ਵਿਸ਼ੇ ਦੇ ਵਿੱਚ ਲਿਖਾਂਗੇ ਕਿ ਅਸੀਂ ਆਪਣਾ ਸੈਕਸ਼ਨ ਜਿਹੜਾ ਬਦਲਣ ਸੰਬੰਧੀ। ਠੀਕ ਹੈ, ਅੱਗੇ ਆ ਜਾਂਦੀ ਅੰਤ। ਉਸ ਤੋਂ ਬਾਅਦ ਵਿਸ਼ੇ ਤੋਂ ਬਾਅਦ ਕੀ ਲਿਖਾਂਗੇ? ਪਹਿਰੇ ਦੇ ਵਿੱਚ ਅਸੀਂ ਡਿਟੇਲ ਲਿਖਾਂਗੇ ਕਿ ਅਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹਾਂ। ਠੀਕ ਹੈ, ਤਾਂ ਅਸੀਂ ਸਾਡਾ ਕਿਹੜਾ ਸੈਕਸ਼ਨ ਹੈ, ਸਾਡਾ ਜਿਹੜਾ ਦੋਸਤ ਜਾਂ ਮਿੱਤਰ ਦੂਸਰੇ ਸੈਕਸ਼ਨ ਵਿੱਚ ਹੈ, ਅਸੀਂ ਉਸ ਸੈਕਸ਼ਨ ਵਿੱਚ ਹੋਣਾ ਚਾਹੁੰਦੇ ਹਾਂ ਤਾਂ ਉਹ ਹੈ ਜਿਹੜਾ ਮੱਧ ਦੇ ਵਿੱਚ ਲਿਖਾਂਗੇ। ਅੱਗੇ ਆ ਜਾਏ ਜੀ ਅੰਤ। ਇਸ ਭਾਗ ਵਿੱਚ ਸੱਜੇ ਹੱਥ ਚਿੱਠੀ ਲਿਖਣ ਵਾਲੇ ਦਾ ਨਾਂ ਅਤੇ ਪਤਾ ਲਿਖਣਾ ਹੁੰਦਾ ਹੈ। ਅੰਤ ਵਿੱਚ ਕੀ ਲਿਖਦੇ ਹਾਂ? ਜਿਹੜਾ ਚਿੱਠੀ ਲਿਖ ਰਿਹਾ ਹੁੰਦਾ ਹੈ
ਉਸ ਦਾ ਐਂਡ ਦੇ ਵਿੱਚ ਪਤਾ ਲਿਖਣਾ ਜ਼ਰੂਰੀ ਹੁੰਦਾ ਹੈ। ਜਿਵੇਂ ਨਾਂ, ਕਲਾਸ, ਪਤਾ। ਠੀਕ ਹੈ। ਜੇਕਰ ਅਸੀਂ ਲਿਖ ਰਹੇ ਹਾਂ ਆਪਣੇ ਮਾਤਾ ਪਿਤਾ ਨੂੰ, ਭੈਣ ਭਰਾ ਨੂੰ, ਭਾਵ ਕਿ ਘਰੇਲੂ ਚਿੱਠੀ ਲਿਖ ਰਹੇ ਹਾਂ, ਤਾਂ ਉਹਦੇ ਵਿੱਚ ਕੀ ਆ ਜਾਂਦਾ, ਅਸੀਂ ਆਪਣਾ ਸਾਰਾ ਹਾਲ ਚਾਲ ਹੈ ਜਿਹੜਾ ਉਹ ਮੱਧ ਦੇ ਵਿੱਚ ਲਿਖਦੇ ਹਾਂ ਅਤੇ ਅੰਤ ਦੇ ਵਿੱਚ ਆਪਣਾ ਨਾਂ ਲਿਖ ਦਿੰਦੇ ਹਾਂ। ਜਿਵੇਂ ਆਪਣੇ ਮਾਤਾ ਜੀ ਨੂੰ ਲਿਖ ਰਹੇ ਹਾਂ ਤਾਂ ਆਪਾਂ ਅੰਤ ਵਿੱਚ ਲਿਖਾਂਗੇ ਤੁਹਾਡਾ ਪੁੱਤਰ ਜਾਂ ਤੁਹਾਡੀ ਪੁੱਤਰੀ, ਅਤੇ ਥੱਲੇ ਨਾਮ। ਹਾਂਜੀ ਬੇਟਾ, ਜਿਵੇਂ ਹੈ ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਭਰਾ ਦੇ ਵਿਆਹ 'ਤੇ ਬੁਲਾਉਣ ਲਈ ਸੱਦਾ ਪੱਤਰ। ਤਾਂ ਕੀ ਹੈ, ਸਭ ਤੋਂ ਪਹਿਲਾਂ ਪ੍ਰੀਖਿਆ ਭਵਨ, ਅਸੀਂ ਕਿੱਥੇ ਬੈਠੇ ਹਾਂ ਆਪਣਾ ਪਤਾ। ਜ਼ਰੂਰੀ ਨਹੀਂ ਪ੍ਰੀਖਿਆ ਭਵਨ ਲਿਖਣਾ, ਅਸੀਂ ਆਪਣਾ ਪਤਾ ਵੀ ਲਿਖ ਸਕਦੇ ਹਾਂ, ਅਸੀਂ ਕਿਸ ਸ਼ਹਿਰ ਤੋਂ ਹਾਂ, ਅਸੀਂ ਕਿਸ ਪਿੰਡ ਤੋਂ ਹਾਂ। ਉਸ ਤੋਂ ਬਾਅਦ ਸ਼ਹਿਰ ਜਾਂ ਪਿੰਡ ਦਾ ਨਾਮ। ਉਸ ਤੋਂ ਬਾਅਦ ਤਾਰੀਖ ਕਿੰਨੀ ਹੈ। ਫਿਰ ਆਪਾਂ ਕੀ ਹੈ, ਪਿਆਰੇ ਰਾਜੀਵ। ਰਾਜੀਵ ਕੌਣ ਹੈ, ਦੋਸਤ ਜਾਂ ਮਿੱਤਰ, ਸਹੇਲੀ, ਕੋਈ ਕਿਸੇ ਦਾ ਵੀ ਆਪਾਂ ਨਾਂ ਕੋਈ ਵੀ ਲਿਖ ਸਕਦੇ ਹਾਂ। ਉਸ ਤੋਂ ਬਾਅਦ ਕੀ ਲਿਖਾਂਗੇ, ਮਿੱਠੀਆਂ ਯਾਦਾਂ, ਭਾਵ ਪਿਛਲੀਆਂ ਜਿਹੜੀਆਂ ਯਾਦਾਂ ਉਹ ਤਾਜ਼ੀਆਂ ਕੀਤੀਆਂ। ਉਸ ਤੋਂ ਬਾਅਦ ਮੱਧ ਦੇ ਵਿੱਚ ਕੀ ਲਿਖਾਂਗੇ, ਕੀ ਲਿਖਣਾ, ਆਪਣੇ ਭਰਾ ਦੇ ਵਿਆਹ 'ਤੇ ਬੁਲਾਉਣਾ ਉਹਨੂੰ, ਆਪਣੇ ਦੋਸਤ, ਮਿੱਤਰ, ਸਹੇਲੀ ਨੂੰ, ਕਿਸੇ ਨੂੰ ਵੀ। ਤਾਂ ਉਸ ਵਿੱਚ ਕੀ ਲਿਖਾਂਗੇ ਕਿ ਕਦੋਂ ਦਾ ਵਿਆਹ ਹੈ, ਕਿੰਨੀ ਤਰੀਕ ਤੱਕ ਤੋਂ ਲੈ ਕੇ ਕਿੰਨੀ ਤਾਰੀਖ ਤੱਕ ਚੱਲੇਗਾ। ਠੀਕ ਹੈ। ਤਾਂ ਇਸ ਵਿੱਚ ਕੀ ਕੀ ਪ੍ਰੋਗਰਾਮ ਹੋਣਗੇ, ਕਿੰਨੇ ਦਿਨ ਦੀ ਛੁੱਟੀ ਵਾਸਤੇ ਜਿਹੜਾ ਹੈ ਆਪਣੇ ਦੋਸਤ ਜਾਂ ਮਿੱਤਰ, ਸਹੇਲੀ ਨੂੰ ਆਪਾਂ ਬੁਲਾਉਣਾ ਹੈ। ਉਸ ਤੋਂ ਬਾਅਦ ਕੀ ਲਿਖਣਾ ਹੈ, ਅੰਤ ਦੇ ਵਿੱਚ ਆਪਣਾ ਨਾਂ ਲਿਖਣਾ ਹੈ ਕਿ ਤੇਰੀ ਸਹੇਲੀ ਜਾਂ ਮਿੱਤਰ ਦਾ ਕੀ ਨਾਮ ਹੈ। ਠੀਕ ਹੈ। ਉਸ ਤੋਂ ਬਾਅਦ ਟਿਕਟ। ਠੀਕ ਹੈ। ਟਿਕਟ ਦੇ ਵਿੱਚ ਵੀ ਆਪਾਂ ਨਾਂ ਲਿਖਾਂਗੇ। ਹਾਂਜੀ, ਅੱਗੇ ਜਿਵੇਂ ਹੈ ਵੱਡੀ ਭੈਣ ਨੂੰ ਸਕੂਲ ਵਿੱਚ ਹੋਏ 26 ਜਨਵਰੀ ਦੇ ਪ੍ਰੋਗਰਾਮ ਬਾਰੇ ਦੱਸਣਾ ਹੈ, ਤਾਂ ਉਹ 'ਚ ਵੀ ਕੀ ਲਿਖਾਂਗੇ, ਸਭ ਤੋਂ ਪਹਿਲਾਂ ਆਪਣਾ ਪਤਾ ਲਿਖਾਂਗੇ, ਸ਼ਹਿਰ ਦਾ ਨਾਮ ਲਿਖਾਂਗੇ, ਤਾਰੀਖ ਲਿਖਾਂਗੇ। ਫਿਰ ਸਤਿਕਾਰਯੋਗ ਭੈਣ ਜੀ ਵੀ ਲਿਖ ਸਕਦੇ ਹਾਂ, ਦੀਦੀ ਵੀ ਲਿਖ ਸਕਦੇ ਹਾਂ, ਵੱਡੀ ਭੈਣ ਵੀ ਲਿਖ ਸਕਦੇ ਹਾਂ, ਸਤਿ ਸ਼੍ਰੀ ਅਕਾਲ। ਉਸ ਤੋਂ ਬਾਅਦ ਉਹਦੇ ਵਿੱਚ ਕੀ ਹੈ ਕਿ ਆਪਾਂ ਹਾਲ ਦੱਸਣਾ, 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੋਇਆ ਸੀ ਉਸ ਵਿੱਚ ਕੀ ਕੁਛ ਹੋਇਆ ਸੀ, ਉਸ ਬਾਰੇ ਆਪਾਂ ਆਪਣੀ ਵੱਡੀ ਭੈਣ ਨੂੰ ਸਭ ਕੁਝ ਦੱਸਣਾ ਹੈ। ਉਸ ਬਾਰੇ ਆਪਾਂ ਪਹਿਰੇ ਦੇ ਵਿੱਚ ਹੈ ਜਿਹੜਾ ਮੱਧ ਦੇ ਵਿੱਚ ਉਹ ਲਿਖਾਂਗੇ। ਅੰਤ ਦੇ ਵਿੱਚ ਕੀ ਕਰਾਂਗੇ, ਆਪਣਾ ਨਾਂ ਲਿਖਾਂਗੇ ਕਿ ਤੁਹਾਡੀ ਜਿਹੜੀ ਛੋਟੀ ਭੈਣ ਹੈ ਜਾਂ ਛੋਟਾ ਵੀਰ ਹੈ ਉਹ ਤੁਹਾਨੂੰ ਪੱਤਰ ਲਿਖ ਰਿਹਾ ਹੈ। ਉਸ ਦੇ ਵਿੱਚ ਐਂਡ 'ਤੇ ਆਪਣਾ ਨਾਮ, ਅਤੇ ਫਿਰ ਕੀ ਲਿਖਾਂਗੇ, ਇੱਕ ਟਿਕਟ ਬਣਾ ਕੇ ਉਸ ਟਿਕਟ ਦੇ ਵਿੱਚ ਆਪਾਂ ਪਤਾ ਲਿਖਾਂਗੇ। ਹਾਂਜੀ, ਨੈਕਸਟ ਹੈ ਆਪਣੇ ਮਿੱਤਰ, ਇਹ ਭੈਣ ਜਾਂ ਭਰਾ ਦੇ ਵਿਆਹ ਵਾਲਾ ਹੋ ਗਿਆ। ਠੀਕ ਹੈ। 26 ਜਨਵਰੀ ਦੇ ਪ੍ਰੋਗਰਾਮ ਵਾਲਾ ਹੋ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਇਹ ਲਿਖਣਾ ਹੈ। ਇਸ ਤਰ੍ਹਾਂ ਜਿਹੜਾ ਚਿੱਠੀ ਜਾਂ ਪੱਤਰ ਹੈ ਉਹ ਲਿਖਿਆ ਜਾਂਦਾ ਹੈ। ਮੰਨ ਲਓ ਆਪਾਂ ਕੋਈ ਦਫ਼ਤਰੀ ਲਿਖਣਾ ਹੈ ਤਾਂ ਆਪਾਂ ਕੀ ਲਿਖਾਂਗੇ, ਜੇ ਕਿਸੇ ਦਫ਼ਤਰ ਦਾ ਉੱਪਰ ਹੈਡਿੰਗ ਦੇ ਵਿੱਚ ਪਤਾ ਲਿਖਿਆ ਹੋਇਆ ਹੈ ਤਾਂ ਉਸ ਪਤੇ ਦੇ ਅਨੁਸਾਰ ਹੀ ਆਪਾਂ ਜਿਹੜੀ ਚਿੱਠੀ ਜਾਂ ਪੱਤਰ